ਹੈਲੋ ਫਰੈਂਡਸ, ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ। ਅੱਜ ਆਪਾਂ ਗੱਲ ਕਰਦੇ ਹਾਂ ਓਨਟਾਰੀਓ ਦੀ ਇੰਪਲੋਇਰ ਜੌਬ ਆਫਰ ਇੰਟਰਨੈਸ਼ਨਲ ਸਟੂਡੈਂਟ ਸਟਰੀਮ। ਜਿਵੇਂ ਕਿ ਨਾਂ ਦੱਸਦਾ ਪਿਆ, ਇਹਦਾ ਮਤਲਬ ਹੈ ਕਿ ਸਭ ਤੋਂ ਇੰਪੋਰਟੈਂਟ ਪਾਰਟ ਹੈ ਕਿ ਤੁਹਾਡੇ ਕੋਲ ਓਨਟਾਰੀਓ ਦੇ ਇੰਪਲੋਇਰ ਤੋਂ ਪਰਮਾਨੈਂਟ ਫੁੱਲ ਟਾਈਮ ਜੌਬ ਆਫਰ ਹੋਣੀ ਚਾਹੀਦੀ ਹੈ। ਦੂਜੀ ਚੀਜ਼ ਕਿ ਤੁਸੀਂ ਇੰਟਰਨੈਸ਼ਨਲ ਗ੍ਰੈਜੂਏਟ ਹੋਣੇ ਚਾਹੀਦੇ ਹੋ ਇਨ ਕੈਨੇਡਾ। ਸੋ ਵਿਚ ਮੀਨਸ ਕਿ not only you are eligible if you have done your studies from Ontario, but also from other provinces, as long as it's from an eligible institute, right? ਉਹਨਾਂ ਨੇ ਲਿਸਟ ਦਿੱਤੀ ਹੋਈ ਹੈ ਕਿਹੜੇ eligible institute ਹੈ। ਅਗਰ ਤੁਸੀਂ ਕੀਤੀ ਹੈ ਤਾਂ ਚਾਹੇ ਤੁਸੀਂ 2 ਸਾਲ ਡਿਪਲੋਮਾ ਕੀਤਾ ਜਾਂ ਡਿਗਰੀ ਕੀਤੀ ਜਾਂ ਮਾਸਟਰਸ ਕੀਤੀ, ਯੂ ਆਰ eligible। ਪਰ ਜੇ ਤੁਹਾਡਾ ਜਿਹੜਾ ਪ੍ਰੋਗਰਾਮ ਹੈਗਾ ਦੈਟ ਇਜ਼ 1 year long, then ਉਹ ਵਾਲਾ ਪ੍ਰੋਗਰਾਮ ਦੀ ਜਿਹੜੀ ਐਡਮਿਸ਼ਨ ਰਿਕੁਆਇਰਮੈਂਟਸ ਹੈਜ਼ ਟੂ ਬੀ ਬੈਚਲਰਸ ਅਲੋਨ, ਰਾਈਟ? ਸੋ ਇੱਕ ਆਹ ਇੰਪੋਰਟੈਂਟ ਚੀਜ਼ ਤੁਹਾਨੂੰ ਧਿਆਨ ਰੱਖਣੀ ਪੈਣੀ ਹੈ ਇਹਦੇ ਵਿੱਚ। So let me share my screen and go over from the website itself so that I think they have the best information. ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੌਬ ਆਫਰ, ਕਿ ਵੀ ਜਿਹੜੀ ਜੌਬ ਆਫਰ ਹੈ ਉਹਦੀ ਕੀ ਰਿਕੁਆਇਰਮੈਂਟਸ ਹੈ। ਸੋ ਜੌਬ ਆਫਰ ਦੀ ਰਿਕੁਆਇਰਮੈਂਟ ਇਹ ਹੈ ਕਿ ਇਟ ਹੈਜ਼ ਟੂ ਬੀ ਫੁੱਲ ਟਾਈਮ ਪਰਮਾਨੈਂਟ, ਵਿਚ ਮੀਨਸ ਮਿਨੀਮਮ ਆਫ 1560 ਆਵਰਸ ਈਅਰ ਹੋਣੇ ਚਾਹੀਦੇ ਹੈਗੇ ਤੇ ਮਿਨੀਮਮ 30 ਆਵਰਸ ਪੇਡ ਵਰਕ ਹੋਣਾ ਚਾਹੀਦਾ ਪਰ ਵੀਕ, ਰਾਈਟ? ਸੋ ਦੈਟ ਵਾਟ ਇਟ ਮੀਨਸ ਟੂ ਬੀ ਫੁੱਲ ਟਾਈਮ ਐਂਡ ਪਰਮਾਨੈਂਟ। ਦੂਜੀ ਗੱਲ ਹੈ ਐਲੀਜੀਬਲ ਆਕੂਪੇਸ਼ਨ। ਸੋ ਇਹਦੇ 'ਚ ਐਲੀਜੀਬਲ ਆਕੂਪੇਸ਼ਨਸ ਹੈ ਕਿ ਸਾਰੇ ਸਕਿਲਡ ਆਕੂਪੇਸ਼ਨ, ਚਾਹੇ ਉਹ ਟੀਅਰ 0 ਹੈ, 1 ਹੈ, 2 ਔਰ 3 ਹੈ ਨੌ ਕੋਡ 'ਚ। ਫਿਰ ਹੈਗਾ ਜਿਹੜਾ ਲੋ ਵੇਜ ਲੈਵਲ। ਸੋ ਜਿਹੜੀ ਵੇਜ ਤੁਹਾਨੂੰ ਮਿਲ ਰਹੀ ਹੈ ਓਨਟਾਰੀਓ 'ਚ, ਉਹ ਲੋ ਵੇਜ ਲੈਵਲ ਤੋਂ ਥੱਲੇ ਨਹੀਂ ਹੋ ਸਕਦੀ, ਰਾਈਟ? ਜੋ ਉਸ ਪਾਰਟੀਕੂਲਰ ਆਕੂਪੇਸ਼ਨ ਲਈ ਲੋ ਵੇਜ ਹੈਗੀ ਹੈ, ਜਿਹੜੀ ਜੌਬ ਬੈਂਕ ਤੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ, ਉਸ ਤੋਂ ਘੱਟ ਉਹ ਵੇਜ ਨਹੀਂ ਹੋ ਸਕਦੀ। ਚੌਥੀ ਗੱਲ ਹੈਗੀ ਕਿ ਇਹ ਜਿਹੜੀ ਪੋਜੀਸ਼ਨ ਅਰਜੈਂਟਲੀ ਚਾਹੀਦੀ ਹੈ, ਕਿਉਂਕਿ ਇਹ ਇੰਪਲੋਇਰ ਜੌਬ ਆਫਰ ਦਾ ਮਤਲਬ ਇਹੀ ਹੈ ਕਿ ਉਹ ਇੰਪਲੋਇਰ ਨੂੰ ਤੁਹਾਨੂੰ ਫਟਾਫਟ ਉਹਨੇ ਤੁਹਾਨੂੰ ਹਾਇਰ ਕਰਕੇ ਜੌਬ ਦੇ ਕੇ ਉਹਦਾ ਕੰਮ ਚਲਾਉਣਾ ਹੈ। ਬਟ ਇਹ ਨਹੀਂ ਕਿ ਤੁਸੀਂ 2 ਸਾਲ ਬਾਅਦ ਤੁਸੀਂ ਜੁਆਇਨ ਕਰਨਾ ਹੈ, ਦੈਟ ਵਿਲ ਨਾਟ ਵਰਕ, ਰਾਈਟ? ਸੋ ਵਰਕ ਹੈਜ਼ ਟੂ ਬੀ ਬੇਸਡ ਇਨ ਓਨਟਾਰੀਓ ਓਬਵੀਅਸਲੀ, ਕਿਉਂਕਿ ਇਹਦਾ ਜਿਹੜਾ ਮੇਨ ਮਕਸਦ ਹੀ ਇਹ ਹੈ ਕਿ ਤੁਸੀਂ ਓਨਟਾਰੀਓ ਦਾ ਇੰਪਲੋਇਰ ਹੈਗਾ ਤੇ ਓਨਟਾਰੀਓ 'ਚ ਹੀ ਤੁਸੀਂ ਜੌਬ ਕਰ ਰਹੇ ਹੋ, ਰਾਈਟ? ਹੁਣ ਹੈਗੀ ਐਪਲੀਕੈਂਟ ਦੀ ਰਿਕੁਆਇਰਮੈਂਟਸ। ਸਭ ਤੋਂ ਪਹਿਲੀ ਗੱਲ ਹੈ ਕਿ ਤੁਹਾਨੂੰ ਇਹ ਆਟੋਮੈਟਿਕਲੀ ਇਨਵੀਟੇਸ਼ਨ ਨਹੀਂ ਆਉਣਾ। ਇਹ ਨਹੀਂ ਕਿ ਤੁਸੀਂ ਕੋਈ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਉਣਾ ਜਾਂ ਕੋਈ ਹੋਰ ਕੁਛ ਕਰਨਾ। ਇਹਦੇ ਵਿੱਚ ਕੀ ਹੈ, ਪਹਿਲਾਂ ਤੁਸੀਂ ਓਨਟਾਰੀਓ ਦੇ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ, ਅਤੇ ਜੇ ਤੁਸੀਂ ਐਲੀਜੀਬਿਲਿਟੀ ਮੀਟ ਕਰਦੇ ਹੋ ਅਤੇ ਜਾਂ ਉਹਨਾਂ ਦੀ ਕਟ ਆਫ ਜਿਹੜੀ ਮੀਟ ਕਰਦੇ ਹੋ ਤਾਂ ਫਿਰ ਤੁਹਾਨੂੰ ਇਨਵੀਟੇਸ਼ਨ ਆਊਗਾ ਅਪਲਾਈ ਕਰਨ ਲਈ। ਤੁਸੀਂ ਜਦੋਂ ਅਪਲਾਈ ਕਰਤਾ ਉਸ ਤੋਂ ਬਾਅਦ ਤੁਹਾਨੂੰ ਨੋਮੀਨੇਸ਼ਨ ਅਗਰ ਹੋ ਜਾਂਦੀ ਹੈ, ਦੈਨ ਯੂ ਵਿਲ ਬੀ ਫਰਦਰ ਅਪਲਾਈਂਗ ਫॉर PR। ਸੋ ਦਿਸ ਇਜ਼ ਦਾ ਪ੍ਰੋਸੈਸ। ਜੇ ਸਭ ਤੋਂ ਇੰਪੋਰਟੈਂਟ ਗੱਲ ਹੈ ਐਜੂਕੇਸ਼ਨ, ਤੇ ਇਹਦਾ ਜਿਹੜਾ ਐਜੂਕੇਸ਼ਨ, ਲੈਟ ਮੀ ਰੀਡ ਇਟ ਆਊਟ। ਸੋ ਹੈਗਾ ਕਿ ਯੂ ਮਸਟ ਰਿਸੀਵ ਫਰੋਮ ਐਨ ਐਲੀਜੀਬਲ ਕੈਨੇਡੀਅਨ ਇੰਸਟੀਟਿਊਸ਼ਨ। ਸੋ ਉਹਨਾਂ ਨੇ ਲਿਸਟ ਦਿੱਤੀ ਹੋਈ ਹੈ ਕਿ ਜਿਹੜੇ ਇੰਸਟੀਟਿਊਟ ਤੋਂ ਤੁਸੀਂ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸੇ ਤੋਂ ਵੀ ਕੀਤੀ ਹੈ ਤਾਂ ਨਹੀਂ ਮੰਨੀ ਜਾਊਗੀ। ਜਾਂ ਤਾਂ ਤੁਹਾਡੇ ਕੋਲ ਡਿਗਰੀ ਜਾਂ ਡਿਪਲੋਮਾ ਹੋਏ ਜਿਹਨੂੰ ਐਟਲੀਸਟ 2 ਸਾਲ ਲੱਗਦੇ ਹੋਣ ਇਫ ਯੂ ਸਟੱਡੀ ਫੁੱਲ ਟਾਈਮ ਬੇਸਿਸ, ਜਾਂ ਡਿਗਰੀ ਡਿਪਲੋਮਾ ਸਰਟੀਫਿਕੇਟ ਹੋਣਾ ਚਾਹੀਦਾ ਜਿਹਨੂੰ ਐਟਲੀਸਟ 1 ਸਾਲ ਲੱਗਦਾ ਹੋਏ, ਬਟ ਇਫ ਯੂ ਸਟੱਡੀ ਔਨ ਫੁੱਲ ਟਾਈਮ ਬੇਸਿਸ ਐਂਡ ਰਿਕੁਆਇਰ ਕੰਪਲੀਟਡ ਡਿਗਰੀ ਐਜ਼ ਐਡਮਿਸ਼ਨ ਰਿਕੁਆਇਰਮੈਂਟ। ਜੇ ਤਾਂ ਤੁਹਾਡਾ 2 ਸਾਲ ਦਾ ਪ੍ਰੋਗਰਾਮ ਹੈ ਫਿਰ ਤਾਂ ਕੋਈ ਇਸ਼ੂ ਨਹੀਂ ਹੈਗਾ। ਪਰ ਅਗਰ ਤੁਹਾਡਾ ਪ੍ਰੋਗਰਾਮ 1 ਸਾਲ ਦਾ ਹੈ ਤਾਂ ਉਹਦੀ ਜਿਹੜੀ ਐਡਮਿਸ਼ਨ ਰਿਕੁਆਇਰਮੈਂਟ ਉਹ ਬੈਚਲਰਸ ਡਿਗਰੀ ਹੋਣੀ ਚਾਹੀਦੀ ਹੈ, ਅਤੇ ਬੈਚਲਰਸ ਤੇ ਸਿਰਫ ਇਕੱਲੀ ਬੈਚਲਰਸ ਹੀ ਹੋਣੀ ਚਾਹੀਦੀ। ਇਹ ਨਹੀਂ ਕਿ ਉਸ 'ਤੇ ਲਿਖਿਆ ਹੋਇਆ ਕਿ ਐਡਮਿਸ਼ਨ ਰਿਕੁਆਇਰਮੈਂਟ ਹੈਗੀ ਹੈ ਬੈਚਲਰਸ ਹੋਏ ਜਾਂ ਐਕਸਪੀਰੀਅੰਸ ਹੋਏ ਜਾਂ ਬੈਚਲਰਸ ਹੋਏ ਜਾਂ ਕੋਈ ਹੋਰ ਡਿਪਲੋਮਾ ਹੋਏ, ਰਾਈਟ? ਇਸ ਤੋਂ ਇਲਾਵਾ ਤੁਹਾਡੀ ਇੰਟੈਂਸ਼ਨਸ ਟੂ ਲਿਵ ਇਨ ਓਨਟਾਰੀਓ ਹੋਣੀ ਚਾਹੀਦੀਆਂ, ਅਤੇ ਐਪਲੀਕੇਸ਼ਨ ਜਿਹੜੀ ਹੈਗੀ ਆਫਟਰ ਕੰਪਲੀਸ਼ਨ ਆਫ ਸਟੱਡੀ ਯੂ ਹੈਵ ਟੂ ਅਪਲਾਈ ਵਿਦ ਇਨ 2 years, ਰਾਈਟ? ਫਿਰ ਆਪਾਂ ਕਰਦੇ ਹਾਂ ਇੰਪਲੋਇਰ ਦੇ ਰਿਕੁਆਇਰਮੈਂਟਸ। ਇਹ ਵੀ ਬੜੀ ਡਿਫਰੈਂਟ ਹੈਗੀਆਂ ਫਰੋਮ ਮੈਨੀ ਅਦਰ ਪ੍ਰੋਵਿੰਸਿਸ, ਜਿੱਥੇ 2 ਸਾਲ ਪੁਰਾਣਾ ਇੰਪਲੋਇਰ ਹੋਣਾ ਚਾਹੀਦਾ। ਇੱਥੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਘੱਟੋ ਘੱਟ ਤੁਹਾਡੇ ਕੋਲੇ 3 ਸਾਲ ਪੁਰਾਣਾ ਐਕਟਿਵ ਬਿਜ਼ਨਸ ਹੋਣਾ ਚਾਹੀਦਾ, ਅਤੇ ਉਹਦੇ ਪ੍ਰੈਮਿਸਿਸ ਓਨਟਾਰੀਓ 'ਚ ਹੋਣੇ ਚਾਹੀਦੇ ਹੈ, ਅਤੇ ਕੋਈ ਵਾਇਲੇਸ਼ਨ ਨਹੀਂ ਕੀਤੀ ਹੋਣੀ ਚਾਹੀਦੀ। ਰੈਵਨਿਊ ਅਗਰ ਤਾਂ ਉਹ GTA 'ਚ ਹੈਗਾ, ਗ੍ਰੇਟਰ ਟੋਰਾਂਟੋ ਏਰੀਆ 'ਚ, ਤਾਂ 1 ਮਿਲੀਅਨ ਦਾ ਰੈਵਨਿਊ ਚਾਹੀਦਾ। ਉਸ ਤੋਂ ਇਲਾਵਾ ਹੈਗਾ ਤਾਂ 5 ਲੱਖ ਦਾ ਰੈਵਨਿਊ ਹੋਣਾ ਚਾਹੀਦਾ। ਅਤੇ ਨੰਬਰ ਆਫ ਇੰਪਲੋਇਜ਼ ਦੀ ਵੀ ਰਿਕੁਆਇਰਮੈਂਟ ਹੈ ਕਿ ਜਿਹੜੀ ਕੰਪਨੀ ਤੁਸੀਂ ਕੰਮ ਕਰ ਰਹੇ ਹੋ, ਜਿਹੜੀ ਲੋਕੇਸ਼ਨ 'ਤੇ ਕੰਮ ਕਰ ਰਹੇ ਹੋ, ਉਹਦੇ ਐਟਲੀਸਟ 5 ਫੁੱਲ ਟਾਈਮ ਇੰਪਲੋਇਜ਼ ਹੋਣੇ ਚਾਹੀਦੇ ਹੈ ਹੂ ਆਰ ਕੈਨੇਡੀਅਨ ਸਿਟੀਜ਼ਨ ਔਰ ਪਰਮਾਨੈਂਟ ਰੈਜ਼ੀਡੈਂਸ, ਅਗਰ ਤੁਹਾਡੀ ਜਿਹੜੀ ਲੋਕੇਸ਼ਨ ਆ ਉਹ GTA ਦੇ ਵਿੱਚ ਆ। ਅਤੇ ਜੇ GTA ਤੋਂ ਬਾਹਰ ਹੈ ਤਾਂ 3 ਘੱਟੋ ਘੱਟ ਸਿਟੀਜ਼ਨਸ ਜਾਂ ਪਰਮਾਨੈਂਟ ਇੰਪਲੋਇਜ਼ ਰੈਜ਼ੀਡੈਂਟਸ ਹੋਣੇ ਚਾਹੀਦੇ ਹੈਗੇ ਜਿਹੜੇ ਉੱਥੇ ਕੰਮ ਕਰਦੇ ਹੋਣ। ਸੋ ਦੈਟ ਇਜ਼ ਵਾਟ ਇਜ਼ ਰਿਕੁਆਇਰਡ। ਐਂਡ ਲਾਸਟ ਬਟ ਨਾਟ ਦ ਲੀਸਟ, ਜਿਹੜੀ ਮੋਸਟ ਇੰਪੋਰਟੈਂਟ ਥਿੰਗ ਉਹ ਹੈਗੀ ਹੈ ਇੰਪਲੋਇਰ ਫਾਰਮ। ਇੰਪਲੋਇਰ ਨੂੰ ਇੱਕ ਫਾਰਮ ਭਰਨਾ ਪੈਣਾ ਹੈ, ਅਦਰਵਾਈਜ਼ ਤੁਸੀਂ ਇਸ ਲਈ ਐਲੀਜੀਬਲ ਨਹੀਂ, ਕਿਉਂਕਿ ਉਹ ਬੇਸਿਕਲੀ ਲਿਖਿਆ ਹੁੰਦਾ ਹੈ ਕਿ ਵੀ ਇੰਪਲੋਇਰ ਸਪੋਰਟ ਕਰ ਰਿਹਾ ਹੈ ਅਤੇ ਇੰਪਲੋਇਰ ਦੀ ਜਿਹੜੀ ਰੈਵਨਿਊ ਅਤੇ ਉਹ ਸਾਰੀ ਇਨਫੋਰਮੇਸ਼ਨ ਪਾਈ ਹੁੰਦੀ ਆ ਜਿਹਦੇ ਨਾਲ ਉਹ ਐਕਸੈਸ ਕਰ ਸਕਦੇ ਕਿ ਇਹ ਇੰਪਲੋਇਰ ਜੈਨੂਨ ਹੈ ਜਾਂ ਮੀਟ ਕਰਦਾ ਕੰਡੀਸ਼ਨਸ ਕਿ ਨਹੀਂ।
ਇਸ ਤੋਂ ਇਲਾਵਾ ਸਕੋਰਿੰਗ ਫੈਕਟਰਸ ਆ। ਸੋ ਸਕੋਰਿੰਗ ਫੈਕਟਰ ਦਾ ਕੀ ਮਤਲਬ ਹੈਗਾ ਕਿ ਵੀ ਜਸਟ ਬਿਕੋਜ਼ ਕਿ ਤੁਹਾਡੇ ਕੋਲੇ ਆਹ ਐਲੀਜੀਬਿਲਟੀ ਕ੍ਰਾਈਟੇਰੀਆ ਡਜ਼ ਨਾਟ ਮੀਨ ਕਿ ਤੁਹਾਨੂੰ ਉਹਨਾਂ ਨੇ ਇਨਵੀਟੇਸ਼ਨ ਤੁਹਾਨੂੰ ਆ ਜਾਣਾ। ਇਸ ਤੋਂ ਇਲਾਵਾ ਉਹਨਾਂ ਨੇ ਹਰ ਚੀਜ਼ ਦੇ ਸਕੋਰ ਰੱਖੇ ਹੋਏ ਆ, ਜਿਵੇਂ ਜੌਬ ਆਫਰ ਦੇ ਸਕੋਰ ਆ ਕਿ ਵੀ ਤੁਹਾਡੇ ਟੀਅਰ 1 ਤੋਂ ਟੀਅਰ 0 ਜਾਂ 1 'ਚ ਤਾਂ 10 ਪੁਆਇੰਟਸ ਆ, ਟੀਅਰ 2 ਜਾਂ 3 'ਚ ਤਾਂ 8 ਪੁਆਇੰਟਸ ਆ। ਉਦੋਂ ਬਾਅਦ ਹੈ ਬਰੋਡ ਆਕੂਪੇਸ਼ਨ ਕੈਟੇਗਰੀ, ਰਾਈਟ। ਸੋ ਬਰੋਡ ਆਕੂਪੇਸ਼ਨ ਕੈਟੇਗਰੀ ਫॉर एग्जांपल ਅਗਰ ਆਕੂਪੇਸ਼ਨ 0 2 3 'ਚ ਤਾਂ 10 ਹੈ, ਉਹਦਾ ਮਤਲਬ ਕੀ ਅਗਰ ਮੈਂ ਇੱਥੇ ਦੇਖਾਂ, ਸੋ ਇੱਥੇ ਯੂ ਕੈਨ ਸੀ ਕਿ ਆਹ ਹੈਗਾ ਬਰੋਡ ਆਕੂਪੇਸ਼ਨ, ਵੀ ਉਹ ਲੈਜਿਸਲੇਟਿਵ ਆ, ਨੈਚੁਰਲ ਅਪਲਾਈਡ ਸਾਇੰਸਿਸ ਆ ਤੇ ਹੈਲਥ ਆਕੂਪੇਸ਼ਨਸ ਆ, ਤਾਂ ਉਹਨਾਂ ਨੂੰ 10 ਪੁਆਇੰਟਸ ਮਿਲ ਜਾਣੇ। ਅਦਰਵਾਈਜ਼ ਕੋਈ ਹੋਰ ਆਕੂਪੇਸ਼ਨ ਕੈਟੇਗਰੀ 7 ਹੈ ਤਾਂ ਉਹ ਮਤਲਬ 7 ਦੀ ਗੱਲ ਕਰੀਏ ਤਾਂ ਇਟ ਮੀਨਸ ਟ੍ਰੇਡਸ ਵਗੈਰਾ 'ਚ ਹੈਗੇ ਤਾਂ ਉਹਨਾਂ ਨੂੰ 8 ਪੁਆਇੰਟ ਮਿਲ ਜਾਣੇ। ਇਸ ਤਰ੍ਹਾਂ ਉਹਨਾਂ ਨੇ ਪੁਆਇੰਟਸ ਰੱਖੇ ਹੋਏ ਆ। ਫਿਰ ਹੈਗੇ ਜੌਬ ਆਫਰ ਦੇ ਪੁਆਇੰਟਸ, ਵਰਕ ਪਰਮਿਟ ਅਗਰ ਤੁਹਾਡੇ ਕੋਲ ਹੈਗਾ ਉਹਦੇ ਪੁਆਇੰਟਸ ਆ, ਕਿੰਨੀ ਦੇਰ ਤੁਸੀਂ ਕੰਮ ਕੀਤਾ ਹੈਗਾ ਕਿਸੇ ਇੰਪਲੋਇਰ ਨਾਲ ਉਸ ਦੇ ਪੁਆਇੰਟਸ ਹੈ, ਅਰਨਿੰਗ ਹਿਸਟਰੀ ਤੁਸੀਂ 40,000 ਤੋਂ ਉੱਪਰ ਪਹਿਲਾਂ ਕਮਾਇਆ ਹੋਇਆ ਤਾਂ ਉਹਦੇ ਪੁਆਇੰਟਸ ਹੈ। ਐਂਡ ਮੋਸਟ ਇੰਪੋਰਟੈਂਟ ਐਜੂਕੇਸ਼ਨ ਦੇ, ਅਗਰ ਤੁਸੀਂ ਹੋਰ ਕੋਈ ਡਿਗਰੀ ਕੀਤੀ ਹੋਈ ਹੈ, ਮਾਸਟਰਸ ਕੀਤੀ 8 ਪੁਆਇੰਟਸ ਹੈ, ਬੈਚਲਰਸ ਕੀਤੀ 6 ਪੁਆਇੰਟਸ ਹੈ, ਕਿਹੜੀ ਫੀਲਡ 'ਚ ਕੀਤੀ ਹੈ, ਅਗਰ ਸਟੈਮ ਆਕੂਪੇਸ਼ਨ ਹੈ ਜਿਹਨੂੰ ਸਾਇੰਸ ਇੰਜੀਨੀਅਰਿੰਗ ਮੈਥਮੈਟਿਕਸ ਕਹਿੰਦੇ ਆ ਤਾਂ 12 ਪੁਆਇੰਟਸ ਹੈ, ਅਗਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਾਂ ਐਜੂਕੇਸ਼ਨ ਲੀਗਲ ਸਟੱਡੀ ਟਰਾਂਸਪੋਰਟ ਵਗੈਰਾ 'ਚ ਹੈ ਤਾਂ 6 ਪੁਆਇੰਟਸ ਹੈ, ਅਗਰ ਤੁਸੀਂ ਆਰਟਸ ਕੀਤੀ ਹੈ ਤਾਂ 0 ਪੁਆਇੰਟ ਆ। ਸੋ ਕਿੰਨੇ ਕ੍ਰੈਡੈਂਸ਼ੀਅਲਸ ਹੈਗੇ ਕੈਨੇਡਾ ਦੇ, ਕਿੰਨੀਆਂ ਮਤਲਬ ਤੁਸੀਂ ਕੈਨੇਡਾ ਤੋਂ ਕਿੰਨੀਆਂ ਪੜ੍ਹਾਈਆਂ ਕੀਤੀਆਂ ਹੋਈਆਂ, ਫॉर एग्जांपल ਤੁਸੀਂ ਬੈਚਲਰਸ ਕੀਤੀ ਹੈ, ਫਿਰ ਡਿਪਲੋਮਾ ਕੀਤਾ ਜਾਂ ਮਾਸਟਰਸ ਕੀਤੀ ਹੈ। ਵੈਸੇ ਤੁਸੀਂ ਬੈਚਲਰ ਮਾਸਟਰਸ ਦੋਨੋਂ ਕੀਤੀਆਂ ਤਾਂ ਤੁਹਾਡੇ ਕੋਲੇ 2 ਕ੍ਰੈਡੈਂਸ਼ੀਅਲ ਹੋ ਗਏ, ਤੁਹਾਨੂੰ 10 ਪੁਆਇੰਟਸ ਮਿਲ ਜਾਣਗੇ। ਫਿਰ ਲੈਂਗੁਏਜ ਦੇ ਪੁਆਇੰਟਸ ਹੈਗੇ ਆ, ਕਿੰਨੀਆਂ ਲੈਂਗੁਏਜਸ ਆਉਂਦੀਆਂ, ਫਰੈਂਚ ਤੇ ਇੰਗਲਿਸ਼ ਤੁਹਾਨੂੰ ਦੋਨੋਂ ਆਉਂਦੀਆਂ ਤਾਂ ਉਹਦੇ ਪੁਆਇੰਟਸ ਹੈਗੇ ਆ। ਫਿਰ ਹੈ ਲੋਕੇਸ਼ਨ ਆਫ ਜੌਬ, ਇਹ ਵੀ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ, ਰਾਈਟ। ਉਹ ਫੋਕਸ ਕਰਨਾ ਚਾਹੁੰਦੇ ਕਿ ਜਿਹੜੇ ਲੋਕੀ ਕੰਮ ਜਿੱਥੇ ਅਗਰ ਕੰਮ ਜਿਹੜਾ ਹੈਗਾ ਉਹ ਆਊਟਸਾਈਡ GTA ਕਰਨ ਤਾਂ ਜੋ ਬਾਹਰ ਵੀ ਪਾਪੂਲੇਸ਼ਨ ਵਧੇ। ਸੋ ਦੈਟਸ ਵਾਈ ਇਫ ਯੂ ਸੀ ਕਿ ਅਗਰ ਤੁਸੀਂ ਟੋਰਾਂਟੋ 'ਚ ਤੁਸੀਂ ਤੁਹਾਨੂੰ ਜੌਬ ਆਫਰ ਮਿਲੀ 0 ਪੁਆਇੰਟ ਹੈ, GTA 'ਚ ਮਿਲੀ 3 ਪੁਆਇੰਟਸ ਆ, ਤੇ ਜੇ ਆਊਟਸਾਈਡ GTA ਤਾਂ 8 ਪੁਆਇੰਟਸ ਆ। 8 ਪੁਆਇੰਟਸ ਦਾ ਮਤਲਬ ਹੋ ਗਿਆ ਕਿ ਫॉर एग्जांपल ਆਊਟਸਾਈਡ GTA ਮਤਲਬ ਹੋ ਗਿਆ ਜਿਵੇਂ ਤੁਸੀਂ ਆਟਵਾ 'ਚ ਕੰਮ ਕੀਤਾ, ਬਹਿਰੀ 'ਚ ਕੰਮ ਕੀਤਾ, ਕਿਤੇ ਵੀ ਜਿਹੜੇ ਹੈਗੇ ਆ, ਕਿਸ਼ਨਰ ਹੋ ਗਿਆ, ਵਾਟਰਲੂ ਏਰੀਆ ਹੋ ਗਿਆ, ਨਾਇਗਰਾ ਫਾਲ ਹੋ ਗਿਆ, ਸੋ ਕਾਫੀ ਜ਼ਿਆਦਾ ਏਰੀਆ ਹੈਗੇ ਜਿੱਥੇ ਕਾਫੀ ਪਾਪੂਲੇਸ਼ਨ ਹੈ। ਲੰਡਨ ਹੋ ਗਿਆ ਤਾਂ ਉੱਥੇ 8 ਪੁਆਇੰਟਸ ਮਿਲ ਜਾਣਗੇ। ਫਿਰ ਹੈ ਕਿ ਤੁਸੀਂ ਪੜ੍ਹਾਈ ਕਿੱਥੋਂ ਕੀਤੀ ਹੈ, ਅਗਰ ਤਾਂ ਤੁਸੀਂ ਪੜ੍ਹਾਈ ਟੋਰਾਂਟੋ 'ਤੇ ਕੀਤੀ 0 ਪੁਆਇੰਟ ਆ, ਪਰ ਜੇ ਤੁਸੀਂ ਆਊਟਸਾਈਡ GTA ਕੀਤੀ 8 ਪੁਆਇੰਟ ਹੈ ਤੇ ਨਦਰਨ ਓਨਟਾਰੀਓ 'ਚ ਕੀਤੀ 10 ਪੁਆਇੰਟਸ ਹੈ। ਉਹਨਾਂ ਨੇ ਇੱਥੇ ਡਿਫਾਈਨ ਵੀ ਕੀਤਾ ਹੋਇਆ ਕਿ ਆਊਟਸਾਈਡ GTA ਕੀ ਬਣਦਾ। ਹਾਲਟਨ ਪੀਲ ਤੇ ਆ ਸਾਰੇ ਜਿਹੜੇ ਹੈਗੇ ਆ GTA 'ਚ ਆ ਜਾਂਦੇ ਹੈਗੇ ਆ ਤੇ ਕਿਹੜੇ GTA ਤੋਂ ਬਾਹਰ ਹੈਗੇ। ਸੋ ਜੇ ਤੁਸੀਂ ਨੋਮੀਨੇਟ ਹੋ ਜਾਂਦੇ ਹੋ ਇਸ ਦੇ ਅੰਡਰ ਤੁਹਾਨੂੰ ਨੋਮੀਨੇਸ਼ਨ ਅਪਰੂਵਲ ਲੈਟਰ ਮਿਲ ਜਾਂਦੀ ਹੈ। ਤੇ ਜੇ ਤੁਹਾਡਾ ਵਰਕ ਪਰਮਿਟ ਖਤਮ ਹੋਣ ਵਾਲਾ ਹੋਇਆ ਤਾਂ ਤੁਹਾਨੂੰ ਵਰਕ ਸਪੋਰਟ ਲੈਟਰ ਵੀ ਹੋ ਸਕਦੀ, ਉਹਦੇ ਬੇਸ ਤੇ ਤੁਸੀਂ ਅੱਗੇ ਅਪਲਾਈ ਕਰ ਸਕਦੇ ਹੋ ਤੇ ਨੋਮੀਨੇਸ਼ਨ ਸਰਟੀਫਿਕੇਟ ਮਿਲ ਜਾਂਦਾ ਹੈ, ਰਾਈਟ। ਸੋ ਆਹ ਹੈਗੇ ਆ ਜਿਹੜੇ ਐਲੀਜੀਬਲ ਕਾਲਜਿਸ ਤੇ ਯੂਨੀਵਰਸਿਟੀ ਜਿੱਥੋਂ ਤੁਸੀਂ ਜਿਹੜਾ ਆਪਣਾ ਪ੍ਰੋਗਰਾਮ ਅਗਰ ਕੀਤਾ ਹੈਗਾ ਤਾਂ ਜਨਰਲੀ ਇਹ ਸਾਰੇ ਪਬਲਿਕ ਕਾਲਜਿਸ ਤੇ ਯੂਨੀਵਰਸਿਟੀਜ਼ ਹੈਗੀਆਂ। ਤੁਸੀਂ ਇਹਨਾਂ ਤੋਂ ਚੈੱਕ ਕਰ ਸਕਦੇ ਐਂਡ ਸੀ ਇਫ ਯੂ ਮੀਟ ਦੋਜ਼ ਕਾਈਂਡ ਆਫ ਕੰਡੀਸ਼ਨਸ, ਰਾਈਟ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਕਿ ਜਿਹੜੇ ਪੁਰਾਣੇ ਡਰਾਜ਼ ਆਏ ਹੈਗੇ ਆ ਕਿ ਉਹਦੇ ਵਿੱਚ ਕੀ ਆਇਆ ਹੈਗਾ। ਜਿਵੇਂ ਕਿ ਆਪਾਂ ਹੁਣ ਪੁਰਾਣਾ ਅਗਰ ਡਰਾ ਦੇਖੀਏ ਤੇ ਇਹਦੇ ਵਿੱਚ ਜਿਹੜਾ ਲਾਸਟ ਡਰਾ ਆਇਆ ਸੀ ਉਹ ਅਗਸਤ 15 ਨੂੰ ਆਇਆ ਸੀਗਾ। ਉਹਦੇ ਵਿੱਚ ਜਿਹੜਾ ਸਕੋਰ ਸੀਗਾ ਉਹ 61 ਸਕੋਰ ਸੀਗਾ ਤੇ ਉਹਨਾਂ ਨੇ ਕਾਫੀ ਸਾਰੇ ਸਕਿੱਲ ਟ੍ਰੇਡਸ ਆਕੂਪੇਸ਼ਨਸ ਕਵਰ ਕਰ ਲਏ ਸੀਗੇ, ਕਾਫੀ ਸਾਰੇ ਹੈਲਥ ਆਕੂਪੇਸ਼ਨਸ ਕਵਰ ਕਰ ਲਏ ਸੀ ਐਂਡ ਮੈਨੀ ਟੈਕ ਆਕੂਪੇਸ਼ਨਸ ਇਹਦੇ ਵਿੱਚ ਕਵਰ ਹੋ ਗਏ ਆ। ਸੋ ਇੱਕ ਚੀਜ਼ ਓਵਰਆਲ ਹੀ ਕੈਨੇਡੀਅਨ ਇਮੀਗ੍ਰੇਸ਼ਨ 'ਚ ਹੈਗਾ ਕਿ ਜਿਹੜਾ ਮੋਸਟਲੀ ਜਿਹੜਾ ਫੋਕਸ ਹੈਗਾ ਉਹ ਜਾਂ ਤਾਂ ਹੈਲਥ ਕੇਅਰ 'ਤੇ ਆ ਗਿਆ ਤੇ ਜਾਂ ਫਿਰ ਉਹਨਾਂ ਨੇ ਟੈਕਨੋਲੋਜੀ ਜਾਂ ਟੈਕ ਦੇ ਵਿੱਚ ਹੈਗਾ। ਤੇ ਤੀਜੀ ਜਿਹੜੀ ਹੈਗੀ ਹੈ ਸਕਿੱਲ ਟ੍ਰੇਡਸ, ਇਹ ਤਿੰਨੋਂ ਚੀਜ਼ਾਂ ਦੀ ਇਸ ਟਾਈਮ ਕਾਫੀ ਜ਼ਿਆਦਾ ਡਿਮਾਂਡ ਹੈਗੀ ਓਵਰਆਲ ਵਿੱਚ। ਸੋ ਇੱਕ ਬਹੁਤ ਵਧੀਆ ਪ੍ਰੋਗਰਾਮ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟ ਸਟਰੀਮ। ਸੋ ਸਟੂਡੈਂਟਸ ਫਰੋਮ ਅਦਰ ਪ੍ਰੋਵਿੰਸਿਸ ਕੈਨ ਆਲਸੋ ਅਪਲਾਈ, ਪਰ ਉਹਨਾਂ ਦੇ ਫਿਰ ਓਬਵੀਅਸਲੀ ਚਾਂਸਿਸ ਥੋੜ੍ਹੇ ਜਿਹੇ ਘੱਟ ਜਾਂਦੇ ਆ ਕਿਉਂਕਿ ਜਿਹੜੇ ਸਕੋਰਿੰਗ ਫੈਕਟਰਸ ਇਸ ਹਿਸਾਬ ਨਾਲ ਅਲਾਈਨ ਕੀਤੇ ਹੈ ਕਿ ਜੋ ਇੱਥੋਂ ਪੜ੍ਹਾਈ ਕੀਤੀ ਹੈ ਜਾਂ ਇੱਥੋਂ ਜਿਹੜਾ ਕੰਮ ਕਰਦਾ ਹੈ ਉਹਨੂੰ ਹੀ ਬੈਨੀਫਿਟ ਮਿਲਣਾ। ਸੋ ਹੈਵਿੰਗ ਸੈਡ ਦੈਟ, ਜੇ ਤੁਹਾਨੂੰ ਕੋਈ ਵੀ ਕੁਐਸਚਨ ਹੋਏ ਯੂ ਕੈਨ ਆਲਵੇਜ਼ ਰੀਚ ਆਊਟ ਟੂ ਮੀ, ਯੂ ਕੈਨ ਬੁੱਕ ਐਨ ਅਪਾਇੰਟਮੈਂਟ। ਮਾਈ ਨੰਬਰ ਇਜ਼ 4378487200। ਮੇਰੀ ਵੈਬਸਾਈਟ ਹੈ www.dailyMigration.com ਤੇ ਮੈਂ ਕਾਫੀ ਸਾਰੀ ਵੀਡੀਓਜ਼ ਬਣਾਈਆਂ ਓਨਟਾਰੀਓ ਤੇ OINP ਤੇ ਨੋਵਾ ਸਕੋਸ਼ੀਆ ਦੇ PNP ਪ੍ਰੋਗਰਾਮਸ ਤੇ ਐਕਸਪ੍ਰੈਸ ਐਂਟਰੀ ਤੇ ਕਾਫੀ ਟੌਪਿਕ ਕਵਰ ਕੀਤੇ ਹੈ। ਯੂ ਕੈਨ ਆਲਵੇਜ਼ ਵਾਚ ਦੋਜ਼ ਵੀਡੀਓਜ਼ ਕਿ ਤੁਸੀਂ ਦੇਖੋ ਕਿ ਤੁਹਾਨੂੰ ਸ਼ਾਇਦ ਬੈਨੀਫਿਟ ਨਜ਼ਰ ਆਵੇ ਉਹਦੇ ਵਿੱਚ। ਆਈ ਹੋਪ ਤੁਸੀਂ ਇਹ ਵੀਡੀਓ ਲਾਈਕ ਕੀਤੀ, ਤੁਹਾਨੂੰ ਇਨਫੋਰਮੇਸ਼ਨ ਮਿਲੀ ਆ ਤਾਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਵੀਡੀਓ ਨੂੰ ਲਾਈਕ ਕਰਿਆ ਜੇ ਐਂਡ ਹਿੱਟ ਦਾ ਬੈਲ ਆਈਕਨ ਸੋ ਦੈਟ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਜਦੋਂ ਮੈਂ ਨਵੀਂ ਵੀਡੀਓ ਅਪਲੋਡ ਕਰਾਂ। ਸੋ ਥੈਂਕ ਯੂ ਸੋ ਮਚ ਫॉर ਬੀਇੰਗ ਵਿਦ ਮੀ। ਸੋ ਹੈਵ ਅ ਵੰਡਰਫੁਲ ਡੇ।